Hello everyone, welcome to Victor's Knowledge. This is Chinu Sharma and today we are going to start with a very important series. So अपना टारगेट ਰਹੂਗਾ ਹੁਣ ਪੰਜਾਬ PCS ਐਂਡ UPSC ਐਗਜ਼ਾਮ ਦਾ ਤੇ ਇਹਦੇ ਅੰਦਰ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿਹਨੂੰ ਆਪਾਂ ਬਿਲਕੁਲ ਵੀ ਇਗਨੋਰ ਨਹੀਂ ਕਰ ਸਕਦੇ that is NCERTs। ਸੋ ਹੁਣ ਮੈਂ ਤੁਹਾਡੇ ਨਾਲ ਇੱਕ ਰੈਗੂਲਰ ਸੀਰੀਜ਼ ਲੈ ਕੇ ਆ ਰਹੀ ਹਾਂ ਜਿਹਦੇ ਅੰਦਰ ਆਪਾਂ 6ਵੀਂ ਤੋਂ 12ਵੀਂ ਤੱਕ ਦੀਆਂ ਸਬਜੈਕਟ ਵਾਈਜ਼ NCERTs ਕਵਰ ਕਰਾਂਗੇ। ਇਹਦੇ ਅੰਦਰ ਮੈਂ ਤੁਹਾਨੂੰ ਥਿਊਰੀ ਵੀ ਕਰਵਾਉਂਗੀ, ਨਾਲ ਮੈਂ ਤੁਹਾਨੂੰ ਕੁਝ ਐਨੀਮੇਟਿਡ ਵੀਡੀਓਜ਼ ਵੀ ਪ੍ਰੋਵਾਈਡ ਕਰਵਾਉਂਗੀ ਲੈਕਚਰ ਦੇ ਅੰਦਰ ਹੀ, ਜਿਹਦੇ ਨਾਲ ਜਿਹੜਾ ਕਨਸੈਪਟ ਹੈ ਉਹ ਤੁਹਾਨੂੰ ਇੰਟਰਸਟਿੰਗ ਵੀ ਲੱਗੇ, ਤੁਹਾਨੂੰ ਹੋਰ ਜ਼ਿਆਦਾ ਬਰੀਕੀ ਦੇ ਨਾਲ ਸਮਝ ਵੀ ਆਵੇ ਤੇ ਨਾਲ ਹੀ ਆਪਾਂ ਹਰ ਚੈਪਟਰ ਤੋਂ ਬਾਅਦ ਜੋ ਵੀ NCERT ਬੇਸਡ MCQs ਨੇ ਉਹ ਵੀ ਕਵਰ ਕਰਾਂਗੇ। ਸੋ ਹੁਣ ਆਪਾਂ ਸਟਾਰਟ ਕਰ ਰਹੇ ਹਾਂ ਕਲਾਸ 11 ਦੀ ਫੰਡਾਮੈਂਟਲਸ ਆਫ ਜੀਓਗ੍ਰਾਫੀ ਤੋਂ ਤੇ ਇਹਦੇ ਅੰਦਰ ਅੱਜ ਆਪਾਂ ਚੈਪਟਰ ਕਵਰ ਕਰਾਂਗੇ ਕੰਪੋਜੀਸ਼ਨ ਐਂਡ ਸਟਰਕਚਰ ਆਫ ਐਟਮੋਸਫੇਅਰ। ਸੋ ਐਟਮੋਸਫੇਅਰ ਕੀ ਹੈ? ਜੇ ਆਪਾਂ ਵਾਤਾਵਰਣ ਦੀ ਗੱਲ ਕਰੀਏ, ਐਟਮੋਸਫੇਅਰ ਦੀ ਗੱਲ ਕਰੀਏ ਤਾਂ ਇਹ ਬਹੁਤ ਸਾਰੀਆਂ ਅਲੱਗ-ਅਲੱਗ ਗੈਸਿਸ ਦਾ ਬਣਿਆ ਹੋਇਆ ਹੈ ਤੇ ਇਹਨੇ ਆਪਣੀ ਧਰਤੀ ਦੇ ਆਲੇ ਦੁਆਲੇ ਇੱਕ ਐਨਵੈਲਪ, ਇੱਕ ਸ਼ੀਲਡ ਦੇ ਤੌਰ ਤੇ ਇਹ ਜਿਹੜਾ ਪੂਰਾ ਐਟਮੋਸਫੇਅਰ ਹੈ ਇਹ ਫੈਲਿਆ ਹੋਇਆ। ਸੋ ਐਟਮੋਸਫੇਅਰ ਕੀ ਹੈ? ਇਟ ਇਜ਼ ਅ ਮਿਕਸਚਰ ਆਫ ਡਿਫਰੈਂਟ ਗੈਸਿਸ ਐਂਡ ਇਟ ਐਨਵੈਲਪਸ ਦ ਅਰਥ ਆਲ ਰਾਊਂਡ। ਸੋ ਅਰਥ ਨੂੰ ਚਾਰੋਂ ਪਾਸੇ ਤੋਂ ਘੇਰਿਆ ਹੋਇਆ ਐਟਮੋਸਫੇਅਰ ਨੇ। It contains life giving gases। ਸੋ ਇਨਸਾਨ ਦੇ ਲਈ, ਜੋ ਜ਼ਿੰਦਾ ਰਹਿਣ ਦੇ ਲਈ, ਐਨੀਮਲਸ ਦੇ ਲਈ ਲਾਈਫ ਗਿਵਿੰਗ ਗੈਸ ਹੈ, ਜਿਵੇਂ ਆਕਸੀਜਨ ਹੋ ਗਈ, ਪਲਾਂਟ ਦੇ ਲਈ ਕਾਰਬਨ ਡਾਈਆਕਸਾਈਡ ਹੋ ਗਈ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਇੰਪੋਰਟੈਂਟ ਗੈਸਿਸ ਨੇ ਇਸੇ ਐਟਮੋਸਫੇਅਰ ਦੇ ਅੰਦਰ। ਜੇ ਆਪਾਂ ਹਵਾ ਦੀ ਗੱਲ ਕਰੀਏ, 에ਅਰ ਦੀ ਗੱਲ ਕਰੀਏ ਤਾਂ ਅਰਥ ਦੇ ਮਾਸ ਦਾ ਇੱਕ ਬਹੁਤ ਹੀ ਜ਼ਿਆਦਾ ਜ਼ਰੂਰੀ ਦਾ ਹਿੱਸਾ ਹੈ ਤੇ ਜੇ ਆਪਾਂ ਐਟਮੋਸਫੇਅਰ ਦੀ ਗੱਲ ਕਰਦੇ ਹਾਂ ਤਾਂ ਆਲਮੋਸਟ 99% ਜਿਹੜਾ ਟੋਟਲ ਮਾਸ ਹੈ ਐਟਮੋਸਫੇਅਰ ਦਾ ਉਹ ਅਰਥ ਦੀ, ਧਰਤੀ ਦੀ ਜਿਹੜੀ ਨੀਚੇ ਤੋਂ ਗਰਾਊਂਡ ਲੈਵਲ ਤੋਂ ਹਾਈਟ ਹੈ 32 ਕਿਲੋਮੀਟਰ ਤੱਕ ਦੀ, ਉਹਦੇ ਅੰਦਰ ਅੰਦਰ ਸਮਾਇਆ ਹੋਇਆ। ਸੋ ਐਟਮੋਸਫੇਅਰ ਦਾ ਜਿਹੜਾ ਟੋਟਲ weight ਹੈ, ਮਾਸ ਹੈ, ਉਹ ਅਰਥ ਦੇ ਸਰਫੇਸ ਤੋਂ 32 ਕਿਲੋਮੀਟਰ ਤੱਕ ਹੀ ਸਾਰਾ ਦਾ ਸਾਰਾ ਕਵਰ ਹੋ ਜਾਂਦਾ ਹੈ। ਸੋ ਕਿਉਂਕਿ ਜਿਹੜਾ ਇਹ ਅਰਥ ਮਾਸ ਹੈ 32 ਕਿਲੋਮੀਟਰ ਤੱਕ ਹੀ ਜਿੰਨੀਆਂ ਇੰਪੋਰਟੈਂਟ ਗੈਸਿਸ ਨੇ, 에ਅਰ ਹੈ, ਉਹ ਸਾਰੀ ਦੀ ਸਾਰੀ ਕਵਰ ਹੋ ਜਾਂਦੀ ਹੈ। ਉਸ ਤੋਂ ਉੱਪਰ ਜੇ ਆਪਾਂ ਸਪੇਸ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਤਾਂ ਆਪਾਂ ਨੂੰ ਪਤਾ ਹੈ ਕਿ ਕੋਈ ਮਾਸ ਹੀ ਨਹੀਂ ਹੈ, ਬਿਲਕੁਲ ਜ਼ੀਰੋ ਹੋ ਜਾਂਦਾ ਹੈ। So the air is an integral part of earth mass। 99% ਜਿਹੜਾ total mass ਹੈ atmosphere ਦਾ, it is confined to 32 kilometer height from earth surface। ਸੋ ਪਹਿਲੀ ਚੀਜ਼ ਤਾਂ ਇਹ important question ਤੁਸੀਂ ਤਿਆਰ ਕਰ ਲਓ ਕਿ ਧਰਤੀ ਤੋਂ ਕਿੰਨੀ ਹਾਈਟ ਤੱਕ, ਕਿੰਨੀ ਉਚਾਈ ਤੱਕ ਜਿਹੜਾ ਐਟਮੋਸਫੇਅਰ ਹੈ, ਟੋਟਲ ਮਾਸ ਹੈ, ਉਹ ਕਵਰ ਹੋ ਜਾਂਦਾ ਹੈ। ਸੋ 99% ਟੋਟਲ ਮਾਸ ਐਟਮੋਸਫੇਅਰ ਦਾ 30 ਕਿਲੋਮੀਟਰ ਹਾਈਟ ਤੱਕ ਕਵਰ ਹੁੰਦਾ ਹੈ। ਜਿਹੜੀ ਹਵਾ ਹੈ, 에ਅਰ ਹੈ, ਨਾ ਤਾਂ ਉਹਦਾ ਕੋਈ ਰੰਗ ਹੈ, ਨਾ ਉਹਦੀ ਕੋਈ ਖੁਸ਼ਬੂ ਹੈ, ਸਮੈਲ ਹੈ। ਸੋ ਕਲਰਲੈਸ ਹੈ, ਆਰਡਰਲੈਸ ਹੈ। ਆਪਾਂ ਨੂੰ ਮਹਿਸੂਸ ਸਿਰਫ ਉਦੋਂ ਹੁੰਦੀ ਹੈ ਜਦੋਂ ਉਹ ਮੂਵਮੈਂਟ ਵਿੱਚ ਹੁੰਦੀ ਹੈ, ਜਦੋਂ ਬਲੋ ਕਰਦੀ ਹੈ। ਜਦੋਂ ਹਵਾ, 에ਅਰ ਮੂਵ ਕਰਦੀ ਹੈ ਤਾਂ ਉਸ ਸਮੇਂ ਉਸ ਮੂਵੇਬਲ 에ਅਰ ਨੂੰ ਜਿਹੜਾ ਨਾਮ ਦਿੱਤਾ ਗਿਆ ਉਹ ਹੈ ਵਿੰਡ। ਸੋ ਵਿੰਡ ਕੀ ਹੈ? ਉਹ 에ਅਰ ਹੈ ਜਿਹੜੀ ਬਲੋ ਕਰਦੀ ਹੈ, ਜਿਹੜੀ ਆਪਾਂ ਨੂੰ ਫੀਲ ਹੁੰਦੀ ਹੈ। ਸੋ ਜੇ ਆਪਾਂ ਐਟਮੋਸਫੇਅਰ ਦੀ ਗੱਲ ਕਰੀਏ ਤਾਂ ਮੇਨ ਜਿਹੜੇ ਐਲੀਮੈਂਟਸ ਜਿਹੜੇ ਟਾਈਮ ਟੂ ਟਾਈਮ ਚੇਂਜ ਹੁੰਦੇ ਰਹਿੰਦੇ ਨੇ ਤੇ ਜਿਨ੍ਹਾਂ ਦਾ ਅਸਰ ਪੈਂਦਾ ਕਿ ਧਰਤੀ ਉੱਤੇ ਹਿਊਮਨ ਲਾਈਫ ਕਿਵੇਂ ਦੀ ਰਹੂਗੀ। ਸੋ ਉਹ ਮੇਨ ਐਲੀਮੈਂਟਸ ਨੇ। ਟੈਂਪਰੇਚਰ ਕਿੰਨਾ ਹੈ ਐਟਮੋਸਫੇਅਰ ਦੇ ਅੰਦਰ, ਪ੍ਰੈਸ਼ਰ ਕਿਵੇਂ ਦਾ ਹੈ, ਵਿੰਡਸ ਕਿੰਨੀਆਂ ਚੱਲ ਰਹੀਆਂ ਨੇ, ਨਮੀ ਕਿਵੇਂ ਦੀ ਹੈ, ਹਿਊਮਿਡਿਟੀ, ਕਲਾਊਡਸ, ਪ੍ਰੈਸੀਪੀਟੇਸ਼ਨ। ਕਿਉਂਕਿ ਆਪਾਂ ਨੂੰ ਪਤਾ ਹੈ ਕਿ ਇੱਕ ਪਾਰਟਿਕੂਲਰ ਹਾਈਟ ਤੋਂ ਬਾਅਦ ਜਾਂ ਇੱਕ ਪਾਰਟਿਕੂਲਰ ਡਿਸਟੈਂਸ ਤੋਂ ਬਾਅਦ, ਟੈਂਪਰੇਚਰ ਤੋਂ ਬਾਅਦ ਇਨਸਾਨ ਨੇ ਜਿਹੜੇ ਉਹ ਜ਼ਿੰਦਾ ਨਹੀਂ ਰਹਿ ਸਕਦੇ। ਸੋ ਜਿਹੜੀਆਂ ਵੀ ਐਟਮੋਸਫੇਅਰ ਦੇ ਵਿੱਚ ਇਹ ਐਲੀਮੈਂਟਸ ਅਲੱਗ-ਅਲੱਗ ਤਰ੍ਹਾਂ ਦੇ ਮੌਜੂਦ ਨੇ ਜਿਨ੍ਹਾਂ ਦਾ ਅਸਰ ਪੈਂਦਾ ਹਿਊਮਨ ਲਾਈਫ ਉੱਤੇ, ਇਹ ਵੀ ਤੁਹਾਨੂੰ ਐਗਜ਼ਾਮ ਦੇ ਲਈ ਪਤਾ ਹੋਣਾ ਚਾਹੀਦਾ ਹੈ। ਸੋ ਦੈਟ ਆਰ ਟੈਂਪਰੇਚਰ, ਪ੍ਰੈਸ਼ਰ, ਵਿੰਡ, ਹਿਊਮਿਡਿਟੀ, ਕਲਾਊਡ, ਪ੍ਰੈਸੀਪੀਟੇਸ਼ਨ। ਸੋ ਹੁਣ ਤੱਕ ਆਪਾਂ ਨੇ ਕਵਰ ਕੀਤਾ ਹੈ ਐਟਮੋਸਫੇਅਰ ਕੀ ਹੈ। ਐਟਮੋਸਫੇਅਰ ਗੈਸਿਸ ਦਾ ਬਣਿਆ ਹੋਇਆ ਹੈ। ਜਿਹੜੀਆਂ ਇਹ ਗੈਸਿਸ ਨੇ ਇਹਦੇ ਅੰਦਰ ਇੰਪੋਰਟੈਂਟ ਹੈ ਆਕਸੀਜਨ, ਕਾਰਬਨ ਡਾਈਆਕਸਾਈਡ। ਤੇ ਜੇ ਆਪਾਂ ਇਹਨਾਂ ਗੈਸਿਸ ਦੇ ਮਾਸ ਦੀ ਗੱਲ ਕਰੀਏ ਕਿ ਧਰਤੀ ਦਾ ਜਿਹੜਾ ਇੱਕ ਇੰਪੋਰਟੈਂਟ ਮਾਸ ਹੈ ਉਹ ਸਾਰਾ ਦਾ ਸਾਰਾ ਇਹ ਗੈਸਿਸ ਹੀ ਕਵਰ ਕਰਦੀਆਂ ਨੇ ਤੇ ਟੋਟਲ ਕਿੰਨੇ ਹਾਈਟ ਦੇ ਵਿੱਚ, ਕਿੰਨੇ ਏਰੀਆ ਦੇ ਵਿੱਚ ਇਹ ਸਾਰਾ ਕਵਰ ਹੋ ਜਾਂਦਾ ਹੈ। ਸੋ ਉਹ ਏਰੀਆ ਹੈ 32 ਕਿਲੋਮੀਟਰ ਤੱਕ ਦਾ ਅਪਰੋਕਸੀਮੇਟਲੀ।
ਤੇ ਜੇ ਆਪਾਂ 에ਅਰ ਦੀ ਗੱਲ ਕਰਦੇ ਹਾਂ ਤਾਂ ਨਾ ਤਾਂ ਉਹਦੀ ਕੋਈ ਖੁਸ਼ਬੂ ਹੈ ਨਾ ਉਹਦਾ ਕੋਈ ਰੰਗ ਹੈ, ਆਪਾਂ ਨੂੰ ਸਿਰਫ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਬਲੋ ਕਰਦੀ ਹੈ ਵਿੰਡ ਦੀ ਫਾਰਮ 'ਚ। ਨੈਕਸਟ ਹੁਣ ਆਪਾਂ ਗੱਲ ਕਰਾਂਗੇ ਹੋਰ ਡੀਟੇਲ ਦੇ ਵਿੱਚ ਇਹਨਾਂ ਗੈਸਿਸ ਬਾਰੇ, ਐਟਮੋਸਫੇਅਰ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ। So the proportion of gases change in higher layer of atmosphere in such a way that oxygen will be almost negligible quantity at the height of 120 kilometer. Very important question. Exam ਵਿੱਚ directly ਇਹੀ question ਬਣ ਕੇ ਆਂਦਾ, ਚਾਹੇ ਤੁਸੀਂ ਪੰਜਾਬ PCS ਦੇ previous year question paper ਚੱਕ ਕੇ ਦੇਖ ਲਓ, ਤੁਸੀਂ ਦੇਖੋਗੇ ਕਿ geography ਦੇ ਵਿੱਚੋਂ specially directly as it is line ਨੂੰ ਹੀ ਚੱਕ ਕੇ question ਬਣਾਇਆ ਜਾਂਦਾ ਹੈ। ਸੋ ਉਰੇ ਗੱਲ ਹੋ ਰਹੀ ਹੈ ਕਿ ਜਿਹੜੀ ਗੈਸਿਸ ਦੀ ਆਪਾਂ ਨੇ ਗੱਲ ਕੀਤੀ ਹੈ ਐਟਮੋਸਫੇਅਰ ਦੇ ਵਿੱਚ ਮੌਜੂਦ ਨੇ, ਇਹਨਾਂ ਦੀ ਕੁਆਂਟੀਟੀ, ਮਾਤਰਾ, ਜਿਵੇਂ ਜਿਵੇਂ ਐਟਮੋਸਫੇਅਰ ਦੇ ਵਿੱਚ ਆਪਾਂ ਲੇਅਰਸ ਉੱਪਰ ਜਾਂਦੇ ਰਹਿੰਦੇ ਹਾਂ, ਹਾਇਰ ਲੇਅਰਸ ਦੇ ਵਿੱਚ ਜਾਂਦੇ ਰਹਿੰਦੇ ਹਾਂ, ਉਵੇਂ ਉਵੇਂ ਜਿਹੜੀ ਮਾਤਰਾ ਹੈ ਉਹ ਬਦਲਦੀ ਰਹਿੰਦੀ ਹੈ ਇਹਨਾਂ ਗੈਸਿਸ ਦੀ। ਜੇ ਆਪਾਂ 120 ਕਿਲੋਮੀਟਰ ਦੀ ਹਾਈਟ ਤੇ ਪਹੁੰਚ ਜਾਈਏ ਧਰਤੀ ਤੋਂ ਉੱਪਰ ਨੂੰ, ਐਟਮੋਸਫੇਅਰ ਵੱਲ ਨੂੰ, ਤਾਂ ਉੱਥੇ ਜਿਹੜੀ ਆਕਸੀਜਨ ਦੀ ਮਾਤਰਾ ਹੈ ਆਲਮੋਸਟ ਜ਼ੀਰੋ ਹੋ ਜਾਂਦੀ ਹੈ, ਨਾ ਦੇ ਬਰਾਬਰ। ਸਿਮਿਲਰਲੀ ਜਿਹੜੀ ਕਾਰਬਨ ਡਾਈਆਕਸਾਈਡ ਹੈ ਜਾਂ ਫਿਰ ਵਾਟਰ ਵੇਪਰ ਨੇ, ਉਹ ਆਪਾਂ ਨੂੰ ਸਿਰਫ 90 ਕਿਲੋਮੀਟਰ ਤੱਕ ਹੀ ਮਿਲਣਗੇ। ਸੋ ਕਾਰਬਨ ਡਾਈਆਕਸਾਈਡ, ਵਾਟਰ ਵੇਪਰ ਫਾਊਂਡ ਓਨਲੀ ਅਪ ਟੂ 90 ਕਿਲੋਮੀਟਰ ਫਰੋਮ ਦੀ ਸਰਫੇਸ ਆਫ ਦੀ ਅਰਥ। ਜਿਹੜੀਆਂ ਵੀ ਇਹ ਨੂਮੈਰੀਕਲ ਫੈਕਟ ਆਉਣਗੇ, ਇਹ ਤੁਸੀਂ ਨਾਲ ਦੀ ਨਾਲ ਯਾਦ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਜੇ ਆਪਾਂ ਕੰਪੋਜੀਸ਼ਨ ਦੀ ਹੁਣ ਗੱਲ ਕਰ ਰਹੇ ਹਾਂ ਵੀ ਐਟਮੋਸਫੇਅਰ ਦੇ ਵਿੱਚ ਮੇਨ ਕੀ ਚੀਜ਼ਾਂ ਨੇ, ਤਾਂ ਉਹਦੇ ਅੰਦਰ ਤਿੰਨ ਮੇਨ ਚੀਜ਼ਾਂ ਨੇ। ਨੰਬਰ 1 ਗੈਸ, ਗੈਸ ਤੋਂ ਇਲਾਵਾ ਵਾਟਰ ਵੇਪਰ, ਨੰਬਰ 3 ਡਸਟ ਪਾਰਟੀਕਲ ਨੇ, ਛੋਟੇ ਕਣ ਨੇ। ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਗੈਸਿਸ ਦੀ। ਕਾਰਬਨ ਡਾਈਆਕਸਾਈਡ ਨੂੰ ਬਹੁਤ ਹੀ ਇੰਪੋਰਟੈਂਟ ਗੈਸ ਮੰਨਿਆ ਜਾਂਦਾ ਹੈ, ਪਰ ਜੇ ਆਪਾਂ ਗੱਲ ਕਰੀਏ ਇਹਦੇ ਇਫੈਕਟ ਦੀ, ਤਾਂ ਇਹ ਗ੍ਰੀਨ ਹਾਊਸ ਇਫੈਕਟ ਹੈ ਜਿਹੜਾ ਗਲੋਬਲ ਵਾਰਮਿੰਗ ਹੈ ਉਹਦੇ ਵਿੱਚ ਇਹ ਰਿਜ਼ਲਟ ਕਰਦੀ ਹੈ, ਜੋ ਕਿ ਬਹੁਤ ਹੀ ਜ਼ਿਆਦਾ ਹਾਨੀਕਾਰਕ ਵੀ ਹੈ ਧਰਤੀ ਦੇ ਲਈ। ਸੋ ਕਾਰਬਨ ਡਾਈਆਕਸਾਈਡ ਕਿਵੇਂ ਗਲੋਬਲ ਵਾਰਮਿੰਗ ਵਿੱਚ ਰਿਜ਼ਲਟ ਕਰਦੀ ਹੈ? ਬੇਸਿਕਲੀ ਜੋ ਵੀ ਸੋਲਰ ਰੇਡੀਏਸ਼ਨ ਹੈ, ਸਿੱਧੀ ਸੂਰਜ ਦੀ ਰੋਸ਼ਨੀ ਹੈ, ਜਦੋਂ ਧਰਤੀ ਤੇ ਆਉਂਦੀ ਹੈ ਉਦੋਂ ਤਾਂ ਕਾਰਬਨ ਡਾਈਆਕਸਾਈਡ ਉਹਨੂੰ ਆਉਣ ਦਿੰਦੀ ਹੈ, ਉਸ ਸੋਲਰ ਰੇਡੀਏਸ਼ਨ ਦੇ ਲਈ ਟਰਾਂਸਪੇਰੈਂਟ ਬਣ ਜਾਂਦੀ ਹੈ। ਜਦੋਂ ਉਹ ਧਰਤੀ ਤੇ ਟਕਰਾ ਕੇ ਵਾਪਿਸ ਜਾਣ ਲੱਗਦੀ ਹੈ ਐਟਮੋਸਫੇਅਰ ਵੱਲ, ਫਿਰ ਉਹਨੂੰ ਕਾਰਬਨ ਡਾਈਆਕਸਾਈਡ ਦੁਬਾਰਾ ਜਾਣ ਨਹੀਂ ਦਿੰਦੀ, ਸੋ ਓਪੇਕ ਬਣ ਜਾਂਦੀ ਹੈ ਆਊਟਗੋਇੰਗ ਟੈਰੇਸਟਰੀਅਲ ਰੇਡੀਏਸ਼ਨ ਦੇ ਲਈ। ਉਸ ਤੋਂ ਬਾਅਦ ਕੀ ਹੁੰਦਾ ਹੈ, ਜਿਹੜਾ ਇਫੈਕਟ ਹੈ ਜਦੋਂ ਧਰਤੀ ਦਾ, ਜਦੋਂ ਸੋਲਰ ਰੇਡੀਏਸ਼ਨ ਹੈ ਧਰਤੀ ਉੱਤੇ ਰਹਿ ਜਾਂਦੀ ਹੈ, ਇਹਦੇ ਨਾਲ ਕੀ ਹੈ, ਟੈਂਪਰੇਚਰ ਵਧਣ ਲੱਗ ਜਾਂਦਾ ਹੈ। ਉਸ ਟੈਂਪਰੇਚਰ ਦੇ ਵਧਣ ਕਰਕੇ ਇੱਕ ਇਫੈਕਟ ਆਉਂਦਾ ਹੈ, ਗ੍ਰੀਨ ਹਾਊਸ ਇਫੈਕਟ ਆਉਂਦਾ ਹੈ। ਉਸ ਤੋਂ ਬਾਅਦ ਅਲਟੀਮੇਟਲੀ ਗਲੋਬਲ ਵਾਰਮਿੰਗ ਆਉਂਦੀ ਹੈ। ਸੋ ਇਹ ਹੈ ਮੇਨ ਇਫੈਕਟ ਕਾਰਬਨ ਡਾਈਆਕਸਾਈਡ ਦਾ। ਓਜ਼ੋਨ ਇਜ਼ ਅਨਦਰ ਇੰਪੋਰਟੈਂਟ ਕੰਪੋਨੈਂਟ ਆਫ ਐਟਮੋਸਫੇਅਰ। ਓਜ਼ੋਨ ਹੈ ਜਿਹੜੀ, ਇਹ ਆਪਾਂ ਨੂੰ ਮਿਲਦੀ ਹੈ 10 ਤੋਂ 50 ਕਿਲੋਮੀਟਰ ਦੇ ਵਿਚਕਾਰ ਅਰਥ ਸਰਫੇਸ ਤੋਂ ਉੱਪਰ। ਜਦੋਂ ਵੀ ਸਨ ਤੋਂ, ਸੂਰਜ ਤੋਂ ਹਾਨੀਕਾਰਕ ਕਿਰਨਾਂ ਆਉਂਦੀਆਂ ਨੇ ਧਰਤੀ ਵੱਲ ਨੂੰ, ਜਿਹਨੂੰ ਆਪਾਂ UV ਰੇਸ ਕਹਿੰਦੇ ਆ, ਅਲਟਰਾ ਵਾਇਲਟ ਰੇਸ, ਤਾਂ ਜਿਹੜੀ ਓਜ਼ੋਨ ਲੇਅਰ ਹੈ ਇਹੀ ਫਿਲਟਰ ਆਊਟ ਕਰਦੀ ਹੈ, ਆਪਣੇ ਅੰਦਰ ਸਮਾ ਲੈਂਦੀ ਹੈ ਇਹਨਾਂ ਹਾਨੀਕਾਰਕ ਰੇਡੀਏਸ਼ਨ ਨੂੰ, ਤੇ ਧਰਤੀ ਉੱਤੇ ਆਉਣ ਤੋਂ ਬਚਾਉਂਦੀ ਹੈ, ਪ੍ਰੀਵੈਂਟ ਕਰਦੀ ਹੈ। ਨੈਕਸਟ ਕਮਸ ਵਾਟਰ ਵੇਪਰ। ਵਾਟਰ ਵੇਪਰ ਨੂੰ ਇੱਕ ਵੇਰੀਏਬਲ ਗੈਸ ਮੰਨਿਆ ਜਾਂਦਾ ਹੈ, ਐਟਮੋਸਫੇਅਰ ਦਾ ਇੰਪੋਰਟੈਂਟ ਹਿੱਸਾ ਹੈ। ਇੱਕ ਇੰਪੋਰਟੈਂਟ ਫੈਕਟ ਹੈ ਕਿ ਜਿਵੇਂ ਜਿਵੇਂ ਹਾਈਟ ਵੱਧਦੀ ਜਾਂਦੀ ਹੈ, ਜਿਵੇਂ ਜਿਵੇਂ ਆਲਟੀਟਿਊਡ ਵੱਧਦਾ ਜਾਂਦਾ, ਮਤਲਬ ਆਪਾਂ ਧਰਤੀ ਤੋਂ ਉੱਪਰ ਨੂੰ ਜਾਣ ਲੱਗਦੇ ਆ, ਹਾਈਟ ਇਨਕਰੀਜ਼ ਹੁੰਦੀ ਆ, ਆਲਟੀਟਿਊਡ ਵੱਲ ਨੂੰ ਜਾਂਦੇ ਆ, ਉਵੇਂ ਉਵੇਂ ਵਾਟਰ ਵੇਪਰ ਦੀ ਜਿਹੜੀ ਮਾਤਰਾ ਹੈ ਉਹ ਘਟਣ ਲੱਗ ਜਾਂਦੀ ਹੈ। ਸੋ ਜੇ ਆਪਾਂ ਵਾਰਮ, ਗਰਮ, ਗਿੱਲੇ ਟ੍ਰੋਪੀਕਲ ਏਰੀਆਜ਼ ਦੀ ਗੱਲ ਕਰੀਏ, ਤਾਂ ਉੱਥੇ ਵਾਟਰ ਵੇਪਰ ਪਾਈ ਜਾਂਦੀ ਹੈ 4% ਆਫ ਏਅਰ ਬਾਈ ਵੋਲਿਊਮ। ਤੇ ਇਹ ਕੁਐਸਚਨ ਰੀਸੈਂਟਲੀ ਇੱਕ PPSC ਦੇ ਦੁਆਰਾ ਕੰਡਕਟ ਕੀਤੇ ਗਏ ਐਗਜ਼ਾਮ ਵਿੱਚ ਪੁੱਛਿਆ ਗਿਆ ਸੀ, ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। So in the warm and wet tropic, it may account for 4% of air by volume. ਤੇ ਜੇ ਆਪਾਂ ਡਰਾਈ, ਸੁੱਕੇ, ਠੰਡੇ ਏਰੀਆਜ਼ ਦੀ ਗੱਲ ਕਰੀਏ, ਡੈਜ਼ਰਟਸ ਦੀ, ਪੋਲਰ ਰੀਜਨਸ ਦੀ, ਤਾਂ ਉੱਥੇ ਇਹਦੀ ਜਿਹੜੀ ਮਾਤਰਾ ਹੈ ਏਅਰ ਦੇ ਅੰਦਰ, ਉਹ ਬਾਈ ਵੋਲਿਊਮ 1% ਤੋਂ ਵੀ ਘੱਟ ਹੁੰਦੀ ਹੈ। ਵਾਟਰ ਵੇਪਰ ਹੈ ਜਿਹੜੀ, ਇਕੁਏਟਰ ਤੋਂ ਜਦੋਂ ਆਪਾਂ ਧਰਤੀ ਦਾ ਜਿਹੜਾ ਬਿਲਕੁਲ ਸੈਂਟਰ ਵਾਲਾ ਹਿੱਸਾ ਹੁੰਦਾ ਹੈ ਇਕੁਏਟਰ, ਉਹਦੇ ਵਿੱਚੋਂ ਜਦੋਂ ਪੋਲਸ ਵੱਲ ਨੂੰ ਜਾਣ ਲੱਗਦੇ ਆ, ਤਾਂ ਟੁਵਰਡ ਪੋਲ ਵੀ ਵਾਟਰ ਵੇਪਰ ਦੀ ਮਾਤਰਾ ਘਟਣ ਲੱਗ ਜਾਂਦੀ ਹੈ। ਸੋ
ਜਿਹੜੇ ਵਾਟਰ ਵੇਪਰ ਹੈ, ਜਿਹੜੀ ਇਨਸੋਲੇਸ਼ਨ ਹੈ, ਸਨ ਦੀ ਇਨਸੋਲੇਸ਼ਨ ਹੈ, ਰੇਡੀਏਸ਼ਨਸ ਨੇ, ਉਹਨਾਂ ਨੂੰ ਇਹ ਐਬਜ਼ੌਰਬ ਕਰ ਲੈਂਦੀ ਹੈ। ਇਟ ਆਲਸੋ ਐਬਜ਼ੌਰਬ ਪਾਰਟਸ ਆਫ ਇਨਸੋਲੇਸ਼ਨ ਫਰੋਮ ਸਨ। ਤੇ ਇਹੀ ਮੇਨ ਇੰਪੋਰਟੈਂਟ ਚੀਜ਼ ਹੈ ਜਿਹੜੀ ਅਰਥ ਦੇ ਆਲੇ ਦੁਆਲੇ ਇੱਕ ਬਲੈਂਕਟ ਦੇ ਤੌਰ ਤੇ ਕੰਮ ਕਰਦੀ ਹੈ। ਸੋ ਨਾ ਤਾਂ ਇਹ ਧਰਤੀ ਨੂੰ ਜ਼ਿਆਦਾ ਠੰਡਾ ਹੋਣ ਦਿੰਦੇ ਆ ਵਾਟਰ ਵੇਪਰ, ਨਾ ਹੀ ਜ਼ਿਆਦਾ ਗਰਮ ਹੋਣ ਦਿੰਦੇ ਆ। ਸੋ ਇਹ ਅਰਥ ਨੂੰ, ਧਰਤੀ ਨੂੰ ਰੇਡੀਏਟਡ ਹੀਟ ਤੋਂ, ਸਨ ਦੀ ਜਿਹੜੀ ਰੋਸ਼ਨੀ ਹੈ, ਇਨਸੋਲੇਸ਼ਨ ਹੈ, ਉਹਦੇ ਤੋਂ ਬਚਾ ਕੇ ਰੱਖਦੇ ਆ, ਪ੍ਰੀਜ਼ਰਵ ਕਰਕੇ ਰੱਖਦੇ ਆ। ਸੋ ਵਾਟਰ ਵੇਪਰ ਹਵਾ ਦੇ ਵਿੱਚ ਵੀ ਇੱਕ ਸਟੇਬਿਲਿਟੀ ਇਨਸਟੇਬਿਲਿਟੀ ਹੈ ਜਿਹੜੀ, ਜੋ ਵੀ ਬੈਲੈਂਸ ਚਾਹੀਦਾ ਹੁੰਦਾ, ਚਾਹੇ ਹਵਾ ਦੀ ਗੱਲ ਕਰੀਏ, ਅਰਥ ਦੀ ਗੱਲ ਕਰੀਏ, ਤਾਂ ਉਹਦੇ ਵਿੱਚ ਬਹੁਤ ਹੀ ਵਧੀਆ ਯੋਗਦਾਨ ਦਿੰਦੇ ਆ। ਸੋ ਵਾਟਰ ਵੇਪਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੰਪੋਨੈਂਟ ਹੈ ਐਟਮੋਸਫੇਅਰ ਦਾ। ਤੇ ਤੁਸੀਂ ਐਗਜ਼ਾਮ ਦੇ ਵਿੱਚ ਮੇਨ ਇੱਕ ਤਾਂ ਕਿੰਨੇ ਪਰਸੈਂਟੇਜ ਬਾਈ ਵੋਲਿਊਮ ਕਿਹੜੇ ਏਰੀਆ 'ਚ ਪਾਈ ਜਾਂਦੀ ਹੈ, ਦੂਜੀ ਇਹਦਾ ਜਿਹੜਾ ਰੋਲ ਹੈ, ਸੋ ਇਟ ਐਕਟਸ ਲਾਈਕ ਅ ਬਲੈਂਕਟ ਅਲਾਉਇੰਗ ਦੀ ਅਰਥ ਨੀਦਰ to become too cold nor too hot. Next is dust particle. ਐਟਮੋਸਫੇਅਰ ਦੇ ਵਿੱਚ ਬਹੁਤ ਹੀ ਜ਼ਿਆਦਾ ਛੋਟੇ-ਛੋਟੇ ਸੋਲਿਡ ਪਾਰਟੀਕਲ ਹੁੰਦੇ ਨੇ ਤੇ ਇਹ ਅਲੱਗ-ਅਲੱਗ ਸੋਰਸਿਸ ਤੋਂ originate ਹੁੰਦੇ ਨੇ, ਜਿਵੇਂ ਸੀ ਸਾਲਟ, ਫਾਈਨ ਸੋਇਲ ਹੋ ਗਈ, ਮਿੱਟੀ ਹੋ ਗਈ, ਜਾਂ ਫਿਰ ਕੋਈ ਸਮੋਕ ਸੂਟ ਹੋ ਗਿਆ, ਸਮੋਕ ਦੇ ਵਿੱਚੋਂ ਜਿਹੜੇ ਛੋਟੇ-ਛੋਟੇ ਮਟੀਰੀਅਲ ਨਿਕਲਦੇ ਨੇ, ਕੋਈ ਕਣ ਨਿਕਲਦੇ ਨੇ, ਡਸਟ ਹੋ ਗਈ, ਧੂੜ ਮਿੱਟੀ ਹੋ ਗਈ, ਐਸ਼, ਪੋਲਨ। ਸੋ ਜਿਹੜੇ ਇਸ ਤਰ੍ਹਾਂ ਦੇ ਛੋਟੇ-ਛੋਟੇ ਪਾਰਟੀਕਲ ਨੇ, ਸਮਾਲ ਸੋਲਿਡ ਪਾਰਟੀਕਲ, ਇਹ ਵੀ ਬਹੁਤ ਹੀ ਜ਼ਿਆਦਾ ਸਫੀਸ਼ੀਐਂਟ ਕੈਪੈਸਿਟੀ, ਪ੍ਰੋਪਰ ਇੱਕ ਮਾਤਰਾ ਦੇ ਵਿੱਚ ਪਾਏ ਜਾਂਦੇ ਨੇ ਐਟਮੋਸਫੇਅਰ ਦੇ ਅੰਦਰ। ਜਿਹੜੇ ਡਸਟ ਪਾਰਟੀਕਲ ਨੇ, ਜਨਰਲੀ ਇਹ ਜਿਹੜੀਆਂ ਨੀਚੇ ਵਾਲੀਆਂ ਲੇਅਰਸ ਨੇ ਉੱਥੇ ਹੀ ਰਹਿ ਜਾਂਦੇ ਨੇ, ਪਰ ਜਿਹੜੀਆਂ ਕਨਵੈਨਸ਼ਨਲ 에ਅਰ ਕਰੰਟ ਨੇ ਉਹ ਇਹਨਾਂ ਨੂੰ ਗ੍ਰੇਟ ਹਾਈਟਸ ਤੱਕ, ਉੱਪਰ ਤੱਕ ਟਾਈਮ ਟੂ ਟਾਈਮ ਟਰਾਂਸਪੋਰਟ ਕਰਦੇ ਰਹਿੰਦੇ ਨੇ। ਬਟ ਮੇਨ ਜੇ ਤੁਹਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਆਵੇ ਕਿ ਡਸਟ ਪਾਰਟੀਕਲ ਦੀ ਕੰਸੈਂਟ੍ਰੇਸ਼ਨ ਕਿੱਥੇ ਹੈ, ਸੋ that is generally in lower layers of atmosphere. ਜ਼ਿਆਦਾ ਜਿਹੜੀ ਕੰਸੈਂਟ੍ਰੇਸ਼ਨ ਹੈ, ਜ਼ਿਆਦਾ ਡਸਟ ਪਾਰਟੀਕਲ ਪਾਏ ਜਾਂਦੇ ਨੇ ਸਬ ਟ੍ਰੋਪੀਕਲ ਤੇ ਟੈਂਪਰੇਟ ਰੀਜਨ ਦੇ ਵਿੱਚ, ਕਿਉਂਕਿ ਉੱਥੇ ਜਿਹੜੀਆਂ ਹਵਾਵਾਂ ਚੱਲਦੀਆਂ ਨੇ, ਵਿੰਡਸ ਚੱਲਦੀਆਂ ਨੇ, ਉਹ ਸੁੱਕੀਆਂ ਹੁੰਦੀਆਂ ਨੇ। ਵੈਟ ਪਾਰਟੀਕਲਸ ਦੇ ਵਿੱਚ ਤਾਂ ਕੀ ਹੁੰਦਾ, ਵੈਟ ਵਿੰਡ ਦੇ ਵਿੱਚ ਇਹ ਨੀਚੇ ਬੈਠ ਜਾਂਦੇ ਨੇ। ਜਿੱਥੇ ਸੁੱਕੀ ਹਵਾ ਚੱਲਦੀ ਹੈ ਸਬ ਟ੍ਰੋਪੀਕਲ ਤੇ ਟੈਂਪਰੇਟ ਰੀਜਨ ਦੇ ਵਿੱਚ, ਉੱਥੇ ਇਹ ਜ਼ਿਆਦਾ ਫੈਲਦੇ ਨੇ, ਉੱਥੇ ਇਹਨਾਂ ਦੀ ਜਿਹੜੀ ਕੰਸੈਂਟ੍ਰੇਸ਼ਨ ਹੈ that is higher। ਸੋ ਤੁਹਾਨੂੰ ਐਗਜ਼ਾਮ ਦੇ ਲਈ ਇਹ ਰੀਜਨਸ ਦਾ ਵੀ ਪਤਾ ਹੋਣਾ ਚਾਹੀਦਾ ਹੈ। Next is dust and salt particle act as hygroscopic nuclei around which water vapor condense to produce cloud. So dust ਤੇ salt particle ਹੀ ਨੇ ਜਿਹੜੇ ਇੱਕ ਤਰ੍ਹਾਂ ਦਾ ਇਫੈਕਟ ਕ੍ਰੀਏਟ ਕਰਦੇ ਨੇ। ਹਾਈਗਰੋਸਕੋਪਿਕ ਨਿਊਕਲਾਈ ਦਾ ਇੱਕ ਕੈਮਿਸਟਰੀ ਦੀ ਇੰਪੋਰਟੈਂਟ ਟਰਮ ਹੈ। ਸੋ ਇਹ ਕੀ ਕਰਦੇ ਨੇ, ਵਾਟਰ ਵੇਪਰ ਦੇ ਆਲੇ ਦੁਆਲੇ ਇਸ ਤਰੀਕੇ ਦੇ ਨਾਲ ਇਹ ਇੱਕ ਐਕਸ਼ਨ ਕ੍ਰੀਏਟ ਕਰਦੇ ਨੇ, ਇੱਕ ਪ੍ਰੈਸ਼ਰ ਕ੍ਰੀਏਟ ਕਰਦੇ ਨੇ, ਜਿਹਦੇ ਨਾਲ ਜਿਹੜੇ ਵਾਟਰ ਵੇਪਰ ਨੇ ਉਹ ਕੰਡੈਂਸ ਹੋ ਕੇ ਕਲਾਊਡ ਬਣਾਉਂਦੇ ਨੇ। ਸੋ ਇਹ ਜਿਹੜਾ ਇੰਪੋਰਟੈਂਟ ਇਫੈਕਟ ਹੈ, ਰਿਲੇਸ਼ਨ ਹੈ ਡਸਟ ਤੇ ਸਾਲਟ ਪਾਰਟੀਕਲਸ ਦਾ ਵਾਟਰ ਵੇਪਰ ਦੇ ਨਾਲ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਸੋ ਉਰੇ ਤੁਸੀਂ ਵੈਸੇ ਕੰਸੈਪਟ ਨੂੰ ਹੋਰ ਕਲੀਅਰ ਕਰਨ ਦੇ ਲਈ ਸਮਝ ਲਓ ਫॉर द ਰੈਫਰੈਂਸ ਹੇਅਰ ਕਿ ਵਾਟਰ ਮੋਲੀਕਿਊਲਸ ਤੁਸੀਂ ਉਰੇ ਦੇਖ ਸਕਦੇ ਹੋ, ਇਹ ਛੋਟੇ-ਛੋਟੇ ਵਾਟਰ ਮੋਲੀਕਿਊਲਸ ਨੇ ਤੇ ਇਹ ਜਦੋਂ ਇਹਨਾਂ ਨੂੰ ਕੋਈ ਸਰਫੇਸ ਮਿਲਦਾ, ਜਿਵੇਂ ਮੈਂ ਤੁਹਾਨੂੰ ਡਸਟ ਪਾਰਟੀਕਲ ਦੱਸਿਆ ਸੀ, ਜਦੋਂ ਇਹਨਾਂ ਵਾਟਰ ਮੋਲੀਕਿਊਲਸ ਨੂੰ ਸਰਫੇਸ ਮਿਲਦਾ ਤਾਂ ਉਹਦੇ ਨਾਲ ਇਹ ਕੰਡੈਂਸੇਸ਼ਨ ਕਰਕੇ ਜਿਹੜਾ ਇੱਕ ਇਫੈਕਟ ਹੈ ਕਲਾਉਡਸ ਫਾਰਮ ਕਰਦੇ ਨੇ। ਸੋ ਵਾਟਰ ਵੇਪਰ ਕੰਡੈਂਸ ਔਨ ਹਾਈਗਰੋਸਕੋਪਿਕ ਸਰਫੇਸਿਸ, ਜਿਹੜੇ ਉਹਨਾਂ ਨੂੰ ਰੈਡਲੀ ਅਵੇਲੇਬਲ ਮਿਲਦੇ ਨੇ, ਤਿਆਰ ਮਿਲਦੇ ਨੇ ਜਦੋਂ ਰਿਲੇਟਿਵ ਹਿਊਮਿਡਿਟੀ ਹੈ, ਜਿਹੜੀ ਨਮੀ ਹੋ ਜਾਂਦੀ ਹੈ ਐਟਮੋਸਫੇਅਰ ਦੇ ਵਿੱਚ, ਉਹ 100% ਤੋਂ ਘੱਟ ਹੋ ਜਾਵੇ। ਤੇ ਹਾਈਗਰੋਸਕੋਪਿਕ ਪਾਰਟੀਕਲਸ, ਜਿਵੇਂ ਮੈਂ ਤੁਹਾਨੂੰ ਡਸਟ ਪਾਰਟੀਕਲ ਦੀ ਗੱਲ ਕੀਤੀ ਸੀ, ਉਸੇ ਤਰ੍ਹਾਂ ਸਾਲਟ ਇੱਕ ਬਹੁਤ ਹੀ ਜ਼ਿਆਦਾ ਬੇਸਿਕ ਐਗਜ਼ਾਮਪਲ ਹੈ ਹਾਈਗਰੋਸਕੋਪਿਕ ਪਾਰਟੀਕਲ ਦੀ। ਸੋ ਤੁਸੀਂ ਇਸ ਫਿਗਰ ਨੂੰ ਧਿਆਨ ਦੇ ਨਾਲ ਦੇਖੋ, ਤੁਹਾਨੂੰ ਜਿਹੜਾ ਕੰਸੈਪਟ ਹੈ, ਰਿਲੇਸ਼ਨ ਹੈ ਡਸਟ ਪਾਰਟੀਕਲ ਦਾ ਤੇ ਨਾਲ ਵਾਟਰ ਵੇਪਰ ਦਾ, ਇਹ ਹੋਰ ਜ਼ਿਆਦਾ ਕਲੀਅਰ ਹੋ ਜੂ। ਸੋ ਨੈਕਸਟ ਹੁਣ ਆਪਾਂ ਗੱਲ ਕਰਾਂਗੇ ਮੇਨ ਟੌਪਿਕ ਦੀ, that is ਐਟਮੋਸਫੇਅਰ ਦਾ ਸਟਰਕਚਰ ਕਿਵੇਂ ਦਾ ਹੈ। ਡਾਇਰੈਕਟਲੀ ਜਿਹੜਾ ਕੁਐਸਚਨ ਆਉਂਦਾ ਹੈ ਅਲੱਗ-ਅਲੱਗ ਲੇਅਰਸ ਬਾਰੇ। ਸੋ ਜਿਹੜੀ ਡੈਂਸਿਟੀ ਹੁੰਦੀ ਹੈ ਉਹ ਸਰਫੇਸ ਦੇ ਨੇੜੇ, ਜਦੋਂ ਧਰਤੀ ਵਾਲਾ ਜਿਹੜਾ ਗਰਾਊਂਡ ਲੈਵਲ ਹੈ, ਸਰਫੇਸ ਹੈ, ਇਹਦੇ ਨੇੜੇ ਸਭ ਤੋਂ ਜ਼ਿਆਦਾ ਹੁੰਦੀ ਹੈ। ਜਿਵੇਂ ਜਿਵੇਂ ਹਾਈਟ ਵੱਧਦੀ ਜਾਂਦੀ ਹੈ ਉਵੇਂ ਉਵੇਂ ਡੈਂਸਿਟੀ ਐਟਮੋਸਫੇਅਰ ਦੇ ਵਿੱਚ ਘਟਦੀ ਜਾਂਦੀ ਹੈ, ਪਹਿਲੀ ਚੀਜ਼। ਦੂਜੀ ਚੀਜ਼, ਜਿਹੜੀ ਐਟਮੋਸਫੇਅਰ ਹੈ ਉਹਦੇ ਅੰਦਰ 5 ਅਲੱਗ-ਅਲੱਗ ਤਰ੍ਹਾਂ ਦੀਆਂ ਲੇਅਰਸ ਨੇ, ਜਿਹੜੀਆਂ ਇੱਕ ਤਾਂ ਹਾਈਟ ਦੇ ਅਨੁਸਾਰ ਉਹਨਾਂ ਨੂੰ ਨਾਮ ਦਿੱਤੇ ਗਏ ਨੇ, ਦੂਜਾ ਅਲੱਗ-ਅਲੱਗ ਤਰ੍ਹਾਂ ਦੇ ਉੱਥੇ ਟੈਂਪਰੇਚਰ ਕੰਡੀਸ਼ਨ ਹੈ। So the column of atmosphere is divided into 5 different layers depending upon temperature condition. ਤੇ ਇਹਨਾਂ ਵਿੱਚੋਂ
ਤੁਸੀਂ ਇਹਨਾਂ ਨੂੰ ਲਾਈਨ ਵਾਈਜ਼ ਹੀ ਯਾਦ ਕਰਨਾ ਹੈ, ਕਿਉਂਕਿ ਐਗਜ਼ਾਮ ਦੇ ਵਿੱਚ ਇਹੀ ਕੁਐਸਚਨ ਆਉਂਦਾ ਹੈ ਕਿ ਸਭ ਤੋਂ ਬਾਟਮ ਤੋਂ ਟੌਪ ਵਾਲੀ ਕਿਹੜੀ ਹੈ ਜਾਂ ਫਿਰ ਟੌਪ ਟੂ ਬਾਟਮ। ਸੋ ਅਸੈਂਡਿੰਗ ਡਿਸੈਂਡਿੰਗ ਦੋਨੋਂ ਤਰੀਕੇ ਦੇ ਨਾਲ ਤੁਹਾਨੂੰ ਲਾਈਨ ਵਾਈਜ਼ ਪਤਾ ਹੋਣਾ ਚਾਹੀਦੀਆਂ ਨੇ ਕਿ ਕਿਹੜੀਆਂ 5 ਇੰਪੋਰਟੈਂਟ ਲੇਅਰਸ ਨੇ ਐਟਮੋਸਫੇਅਰ ਦੇ ਅੰਦਰ। ਨੰਬਰ 1 ਤੁਸੀਂ ਦੇਖ ਸਕਦੇ ਹੋ, ਸਭ ਤੋਂ ਪਹਿਲਾਂ ਜਿਹੜੀ ਗਰਾਊਂਡ ਲੈਵਲ ਤੋਂ ਅਰਥ ਦੇ ਸਰਫੇਸ ਤੋਂ 10 ਕਿਲੋਮੀਟਰ ਤੱਕ ਜਾ ਰਹੀ ਹੈ ਉਹ ਹੈ ਟ੍ਰੋਪੋਸਫੇਅਰ। ਦੈਨ ਨੈਕਸਟ ਹੈਗੀ 10 ਤੋਂ 50 ਕਿਲੋਮੀਟਰ ਤੱਕ ਸਟ੍ਰੈਟੋਸਫੇਅਰ। ਜਿੱਥੇ ਟ੍ਰੋਪੋਸਫੇਅਰ ਤੇ ਸਟ੍ਰੈਟੋਸਫੇਅਰ ਆਪਸ ਦੇ ਵਿੱਚ ਅਲੱਗ ਹੁੰਦੇ ਨੇ, ਜਾਂ ਤੁਸੀਂ ਕਹਿ ਸਕਦੇ ਹੋ ਜਿੱਥੋਂ 10 ਕਿਲੋਮੀਟਰ ਦੇ ਏਰੀਆ ਤੋਂ ਟ੍ਰੋਪੋਸਫੇਅਰ ਤੋਂ ਬਾਅਦ ਸਟ੍ਰੈਟੋਸਫੇਅਰ ਸ਼ੁਰੂ ਹੋ ਜਾਂਦੀ ਹੈ, ਉਸ ਏਰੀਆ ਨੂੰ ਨਾਮ ਦਿੱਤਾ ਗਿਆ ਟ੍ਰੋਪੋਪੌਜ਼ ਦਾ। ਨੈਕਸਟ ਜਿੱਥੇ ਸਟ੍ਰੈਟੋਸਫੇਅਰ ਖਤਮ ਹੁੰਦੀ ਹੈ ਦੈਟ ਇਜ਼ ਸਟ੍ਰੈਟੋਪੌਜ਼, ਤੇ ਉਸ ਤੋਂ ਬਾਅਦ ਵਾਲੀ ਤੀਜੀ ਲੇਅਰ ਹੈ ਆਪਣੇ ਕੋਲ, ਤੀਜਾ ਸਫੇਅਰ ਹੈ ਮੀਜ਼ੋਸਫੇਅਰ 80 ਕਿਲੋਮੀਟਰ ਤੱਕ, ਤੇ ਜਿੱਥੇ ਮੀਜ਼ੋਸਫੇਅਰ ਖਤਮ ਹੁੰਦੀ ਹੈ ਉਸ ਏਰੀਆ ਨੂੰ ਕਿਹਾ ਗਿਆ ਮੀਜ਼ੋਪੌਜ਼। ਉਸ ਤੋਂ ਉੱਪਰ ਵਾਲੀ ਜਿਹੜੀ ਚੌਥੀ ਇੰਪੋਰਟੈਂਟ ਲੇਅਰ ਹੈ ਦੈਟ ਇਜ਼ 80 to 400 ਕਿਲੋਮੀਟਰ ਥਰਮੋਸਫੇਅਰ, ਤੇ ਉਸ ਤੋਂ ਬਾਅਦ ਵਾਲੀ ਜਿਹੜੀ ਸਪੇਸ ਤੱਕ ਜਾਂਦੀ ਹੈ ਲਾਸਟ ਲੇਅਰ ਹੈ ਪੰਜਵੀਂ ਐਗਜ਼ੋਸਫੇਅਰ। ਸੋ ਤੁਹਾਨੂੰ ਇਹਨਾਂ ਪੌਜ਼ਸ ਬਾਰੇ ਸਭ ਤੋਂ ਇੰਪੋਰਟੈਂਟ ਇਹਨਾਂ ਦੇ ਆਲਟੀਟਿਊਡ ਹਾਈਟ ਦੇ ਅਕੋਰਡਿੰਗ ਕਿਹੜੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਲੇਅਰ ਹੈ। ਸੋ ਦੁਬਾਰਾ ਮੈਂ ਰਿਪੀਟ ਕਰਦੀ ਹਾਂ ਕਿ ਤੁਹਾਨੂੰ ਲਾਈਨ ਵਾਈਜ਼ ਲੇਅਰਸ ਦੇ ਨਾਮ ਪਤਾ ਹੋਣੇ ਚਾਹੀਦੇ ਹੈ। ਸੋ ਬਾਟਮ ਤੋਂ ਟ੍ਰੋਪੋਸਫੇਅਰ, ਸਟ੍ਰਾਟੋ, ਮੀਜ਼ੋ, ਥਰਮੋ, ਐਗਜ਼ੋ। ਸੋ ਸਭ ਤੋਂ ਪਹਿਲਾਂ ਹੁਣ ਆਪਾਂ 1 by 1 ਸਾਰੀਆਂ ਜਿਹੜੀਆਂ ਲੇਅਰਸ ਨੇ ਉਹਨਾਂ ਦੀ ਡੀਟੇਲ ਦੇਖਾਂਗੇ, ਜੋ ਵੀ ਐਗਜ਼ਾਮ ਦੇ ਲਈ ਇੰਪੋਰਟੈਂਟ ਫੈਕਟਸ ਹੈ। ਸੋ ਸਟਾਰਟ ਕਰਦੇ ਹਾਂ ਟ੍ਰੋਪੋਸਫੇਅਰ ਤੋਂ। ਸਭ ਤੋਂ ਨੀਚੇ ਵਾਲੀ ਇਹਨੂੰ ਬਾਟਮ ਮੋਸਟ ਲੇਅਰ ਵੀ ਕਹਿ ਸਕਦੇ ਹਾਂ, ਲੋਅਰ ਮੋਸਟ ਲੇਅਰ ਵੀ। ਸੋ ਇਹ ਹੈ ਟ੍ਰੋਪੋਸਫੇਅਰ। ਐਵਰੇਜ ਹਾਈਟ ਹੈ ਇਹਦੀ 13 ਕਿਲੋਮੀਟਰ। ਜੇ ਆਪਾਂ ਧਰਤੀ ਦੇ ਇਕੁਏਟਰ ਦੀ ਗੱਲ ਕਰੀਏ ਬਿਲਕੁਲ ਸੈਂਟਰਲ ਪਾਰਟ ਦੀ, ਤਾਂ ਉੱਥੇ ਇਹ ਹੁੰਦੀ ਹੈ 18 ਕਿਲੋਮੀਟਰ ਦੇ ਅਰਾਊਂਡ ਇਹਦੀ ਜਿਹੜੀ ਐਵਰੇਜ ਹਾਈਟ ਹੈ ਜਿਹਦੇ ਵਿੱਚ ਇਹ ਫੈਲੀ ਹੋਈ ਹੈ। ਤੇ ਜੇ ਆਪਾਂ ਪੋਲਸ ਦੀ ਗੱਲ ਕਰੀਏ ਬਿਲਕੁਲ ਕਾਰਨਰਸ ਦੀ, ਤਾਂ ਉੱਥੇ ਇਹਦੀ ਐਵਰੇਜ ਜਿਹੜੀ ਹਾਈਟ ਜਨਰਲ ਹਾਈਟ ਹੈ ਦੈਟ ਇਜ਼ 8 ਕਿਲੋਮੀਟਰ। ਤੇ ਓਵਰਆਲ ਐਗਜ਼ਾਮ ਦੇ ਲਈ ਤੁਹਾਨੂੰ ਇਹਦੀ ਐਵਰੇਜ ਹਾਈਟ ਵੀ ਪਤਾ ਹੋਣੀ ਚਾਹੀਦੀ ਹੈ ਦੈਟ ਇਜ਼ 13। ਤੇ ਜਨਰਲ ਕਿੰਨੀ ਹੈ ਇਹਦੀ ਨਾਰਮਲ ਬਾਕੀ ਸਾਰੇ ਏਰੀਆਜ਼ ਤੇ ਇਕੁਏਟਰ ਪੋਲਸ ਨੂੰ ਛੱਡ ਕੇ 0 ਤੋਂ ਲੈ ਕੇ 10 ਕਿਲੋਮੀਟਰ। ਸੋ ਟ੍ਰੋਪੋਸਫੇਅਰ ਇਜ਼ ਦ ਲੋਅਰ ਮੋਸਟ ਲੇਅਰ। Its average height is 13 kilometer, extend roughly to a height of 8 kilometer near pole, 18 at equator. ਇਕੁਏਟਰ ਦੇ ਨੇੜੇ ਜਿਹੜੀ ਦੀ ਥਿਕਨੈਸ ਹੈ ਉਹ ਜ਼ਿਆਦਾ ਹੁੰਦੀ ਹੈ, ਕਿਉਂਕਿ ਉੱਥੇ ਹੀਟ ਵਗੈਰਾ ਜਦੋਂ ਡਾਇਰੈਕਟਲੀ ਟਰਾਂਸਪੋਰਟ ਕੀਤੀ ਜਾਂਦੀ ਹੈ ਤਾਂ ਸਟਰੋਂਗ ਕਨਵੈਕਸ਼ਨਲ ਕਰੰਟਸ ਦੇ ਨਾਲ ਜਿਹੜੀ ਇਹਦੀ ਥਿਕਨੈਸ ਹੈ ਉਹ ਹੋਰ ਜ਼ਿਆਦਾ ਵੱਧ ਜਾਂਦੀ ਹੈ। ਤੇ ਜਿਹੜੀ ਇਹ ਲੇਅਰ ਹੈ ਇਹਦੇ ਅੰਦਰ ਡਸਟ ਪਾਰਟੀਕਲ ਵੀ ਹੁੰਦੇ ਨੇ, ਵਾਟਰ ਵੇਪਰ ਵੀ ਹੁੰਦੇ ਆ। ਜਿੰਨਾ ਵੀ ਕਲਾਈਮੇਟ ਬਦਲਦਾ ਹੈ, ਜੋ ਵੀ ਆਪਣੇ ਅਲੱਗ-ਅਲੱਗ ਤਰ੍ਹਾਂ ਦੇ ਮੌਸਮ ਆਉਂਦੇ ਨੇ, ਐਗਜ਼ਾਮ ਦੇ ਲਈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਫੈਕਟ ਹੈ ਜਿਹੜਾ ਤੁਸੀਂ ਯਾਦ ਰੱਖਣਾ ਹੈ, ਕਿਉਂਕਿ ਉੱਥੇ ਤੁਹਾਨੂੰ ਸਿੱਧਾ ਕੁਐਸਚਨ ਆ ਸਕਦਾ ਹੈ ਕਿ ਕਿਹੜੀ ਲੇਅਰ ਦੇ ਅੰਦਰ ਕਲਾਈਮੇਟ ਤੇ ਵੈਦਰ ਚੇਂਜਸ ਹੁੰਦੀਆਂ ਨੇ। ਸੋ ਉਹ ਲੇਅਰ ਹੈ ਟ੍ਰੋਪੋਸਫੇਅਰ, ਸਭ ਤੋਂ ਨੀਚੇ ਵਾਲੀ ਪਹਿਲੀ ਲੇਅਰ। ਜਿਹੜਾ ਟੈਂਪਰੇਚਰ ਹੈ, ਜਿਵੇਂ ਜਿਵੇਂ 1 ਡਿਗਰੀ ਬਿਲਕੁਲ ਬੇਸ ਤੋਂ ਆਪਾਂ ਧਰਤੀ ਤੋਂ ਉੱਪਰ ਨੂੰ ਜਾਂਦੇ ਜਾਵਾਂਗੇ ਇਸ ਲੇਅਰ ਦੇ ਅੰਦਰ, ਤਾਂ ਹਰ 1 ਡਿਗਰੀ ਦੇ ਅੰਦਰ 165 ਆਫ ਹਾਈਟ ਜਿਹੜਾ ਟੈਂਪਰੇਚਰ ਹੈ, ਜਿਵੇਂ ਤੁਸੀਂ 165 ਮੀਟਰ ਹਾਈਟ ਟ੍ਰੋਪੋਸਫੇਅਰ ਦੇ ਅੰਦਰ ਉੱਪਰ ਨੂੰ ਗਏ ਤਾਂ 1 ਡਿਗਰੀ ਜਿਹੜਾ ਟੈਂਪਰੇਚਰ ਹੈ ਉਹ ਘਟ ਜੂਗਾ। ਸੋ ਟੈਂਪਰੇਚਰ ਇਸ ਲੇਅਰ ਦੇ ਅੰਦਰ ਡਿਕਰੀਜ਼ ਹੁੰਦਾ ਐਟ ਦੀ ਰੇਟ ਆਫ 1 ਡਿਗਰੀ ਸੈਲਸੀਅਸ ਫॉर एवरी 165 ਮੀਟਰ ਆਫ ਹਾਈਟ। ਤੇ ਇਹ ਕੁਐਸਚਨ ਪ੍ਰੀਵੀਅਸ ਈਅਰ ਪੰਜਾਬ ਪੀਸੀਐਸ ਐਗਜ਼ਾਮ ਦੇ ਵਿੱਚ ਡਾਇਰੈਕਟਲੀ ਆਇਆ ਸੀ। ਆਈ ਡੋਂਟ ਰਿਮੈਂਬਰ ਦ ਈਅਰ, ਮੇਬੀ 2014 ਜਾਂ ਫਿਰ 2015 ਦੇ ਵਿੱਚ ਸਿੱਧਾ ਇਹੀ ਕੁਐਸਚਨ ਪੁੱਛਿਆ ਗਿਆ ਸੀ ਕਿ ਟੈਂਪਰੇਚਰ ਕਿੰਨਾ ਘਟਦਾ ਹੈ ਇਨ ਟ੍ਰੋਪੋਸਫੇਅਰ। So that is 1 degree Celsius for every 165 meter of height। ਤੇ ਜਿੰਨੀਆਂ ਵੀ ਬਾਇਓਲੋਜੀਕਲ ਐਕਟੀਵਿਟੀਜ਼ ਨੇ ਹਿਊਮਨ ਬੀਇੰਗਸ ਦੇ ਜੋ ਵੀ ਇੰਪੋਰਟੈਂਟ ਕੰਮ ਨੇ ਉਹਨਾਂ ਦੇ ਲਈ ਇਸ ਲੇਅਰ ਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਮੰਨਿਆ ਜਾਂਦਾ ਹੈ। ਤੇ ਜੇ ਆਪਾਂ 에ਅਰ ਟੈਂਪਰੇਚਰ ਦੀ ਗੱਲ ਕਰੀਏ ਟ੍ਰੋਪੋਪੌਜ਼ ਦੇ ਉੱਤੇ, ਟ੍ਰੋਪੋਪੌਜ਼ ਕਿਹੜਾ ਏਰੀਆ ਜਿੱਥੇ ਟ੍ਰੋਪੋਸਫੇਅਰ ਖਤਮ ਹੋ ਕੇ ਸਟ੍ਰੈਟੋਸਫੇਅਰ ਸ਼ੁਰੂ ਹੋ ਜਾਂਦੀ ਹੈ। ਸੋ ਉਹ ਏਰੀਆ ਜਿਹੜਾ ਉੱਥੇ -800 ਡਿਗਰੀ ਸੈਲਸੀਅਸ ਹੁੰਦਾ ਹੈ ਇਕੁਏਟਰ ਦੇ ਉੱਤੇ, -45 ਡਿਗਰੀ ਸੈਲਸੀਅਸ ਦੇ ਅਰਾਊਂਡ ਹੁੰਦਾ ਹੈ ਪੋਲਸ ਉੱਤੇ। ਸੋ ਜਿਹੜਾ ਟੈਂਪਰੇਚਰ ਹੈ ਉਹ ਕਨਸਟੈਂਟ ਹੁੰਦਾ ਹੈ ਤੇ ਇਸੇ ਲਈ ਇਹਨੂੰ ਕਿਹਾ ਗਿਆ ਟ੍ਰੋਪੋਪੌਜ਼। ਨੈਕਸਟ ਹੈ ਸਟ੍ਰੈਟੋਸਫੇਅਰ। ਸੋ ਜਿਹੜੀ ਸਟ੍ਰੈਟੋਸਫੇਅਰ ਹੈ ਇਹ ਟ੍ਰੋਪੋਪੌਜ਼ ਤੇ ਬਿਲਕੁਲ ਉੱਪਰ ਪਾਈ ਜਾਂਦੀ ਹੈ ਤੇ ਇਹਦੀ ਜਿਹੜੀ ਹਾਈਟ ਹੈ ਉਹ ਹੈ 10 to
50 ਕਿਲੋਮੀਟਰ। ਸੋ 0 to 10 ਤਾਂ ਆਪਾਂ ਨੇ ਦੇਖਿਆ ਸੀ ਟ੍ਰੋਪੋਸਫੀਅਰ ਹੈ। ਸੋ ਉਸ ਤੋਂ ਬਾਅਦ ਸਟ੍ਰੈਟੋਸਫੀਅਰ ਹੈ 10 to 50 ਕਿਲੋਮੀਟਰ। ਇੰਪੋਰਟੈਂਟ ਫੀਚਰ ਹੈ ਇਸ ਲੇਅਰ ਦਾ ਕਿ ਇਹਦੇ ਅੰਦਰ ਓਜ਼ੋਨ ਲੇਅਰ ਹੈ, ਜਿਹੜੀ ਓਜ਼ੋਨ ਲੇਅਰ ਆਪਾਂ ਨੂੰ ਹਾਨੀਕਾਰਕ ਕਿਰਨਾਂ ਤੋਂ, ਸੂਰਜ ਦੀਆਂ ਜੋ ਵੀ ਯੂਵੀ ਰੇਡੀਏਸ਼ਨ ਨੇ ਉਹਨਾਂ ਤੋਂ ਬਚਾ ਕੇ ਰੱਖਦੀ ਹੈ। ਸੋ ਉਹ ਜਿਹੜੀ ਇੰਪੋਰਟੈਂਟ ਓਜ਼ੋਨ ਲੇਅਰ ਹੈ ਉਹ ਇਸੇ ਸਫੀਅਰ ਦੇ ਅੰਦਰ ਪਾਈ ਜਾਂਦੀ ਹੈ, ਸਟ੍ਰੈਟੋਸਫੀਅਰ ਦੇ ਅੰਦਰ। ਸੋ one important feature is that it contains the ozone layer. This layer absorbs ultraviolet radiation and shields life on the earth from intense harmful form of energy. ਤੇ ਕਿਹੜੀ એનર્ਜੀ ਦੀ ਗੱਲ ਹੋ ਰਹੀ ਹੈ? ਸੋਲਰ એનર્ਜੀ। ਸੋ ਮੀਜ਼ੋਸਫੀਅਰ ਲਾਈਜ਼ ਅਬਵ ਦ ਸਟ੍ਰੈਟੋਸਫੀਅਰ। ਹੁਣ ਆਪਾਂ ਤੀਜੀ ਲੇਅਰ ਦੇ ਉੱਤੇ ਆ ਗਏ ਤੇ ਇਹਦੀ ਜਿਹੜੀ ਹਾਈਟ ਹੈ that is up to 80 ਕਿਲੋਮੀਟਰ। ਤੇ ਇਹ ਜਿਹੜੀ ਲੇਅਰ ਹੈ ਇਹਦੇ ਵਿੱਚ ਦੁਬਾਰਾ ਤੋਂ ਜਿਹੜਾ ਟੈਂਪਰੇਚਰ ਹੈ ਉਹ ਜਿਵੇਂ ਜਿਵੇਂ ਉੱਪਰ ਨੂੰ ਹਾਈਟ ਇਨਕਰੀਜ਼ ਹੁੰਦੀ ਜਾਂਦੀ ਹੈ ਉਵੇਂ ਉਵੇਂ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ 80 ਕਿਲੋਮੀਟਰ ਤੱਕ ਜਾਂਦੇ ਹੋਏ ਜਿਹੜਾ ਟੈਂਪਰੇਚਰ ਹੈ ਉਹ -100 ਡਿਗਰੀ ਤੱਕ ਵੀ ਪਹੁੰਚ ਜਾਂਦਾ ਹੈ। ਸੋ ਇਹ ਇੰਪੋਰਟੈਂਟ ਫੈਕਟ ਤੁਸੀਂ ਯਾਦ ਰੱਖਣਾ ਹੈ। ਜਿੱਥੇ ਮੀਜ਼ੋਸਫੀਅਰ ਖਤਮ ਹੁੰਦੀ ਹੈ, ਜਿਹੜੀ ਅਪਰ ਲਿਮਿਟ ਹੈ ਮੀਜ਼ੋਸਫੀਅਰ ਦੀ, ਉਹਨੂੰ ਨਾਮ ਦਿੱਤਾ ਗਿਆ ਹੈ ਮੀਜ਼ੋਪੌਜ਼ ਦਾ। ਨੈਕਸਟ ਹੈ ਆਇਨੋਸਫੀਅਰ। ਜਿਹੜੀ ਆਇਨੋਸਫੀਅਰ ਹੈ ਇਹ 80 ਤੋਂ ਲੈ ਕੇ 400 ਕਿਲੋਮੀਟਰ ਤੱਕ ਦੀ ਹੈ। ਇਹਨੂੰ ਥਰਮੋਸਫੀਅਰ ਦਾ ਨਾਮ ਵੀ ਦਿੱਤਾ ਗਿਆ ਹੈ। ਮੀਜ਼ੋਪੌਜ਼ ਤੋਂ ਬਿਲਕੁਲ ਉੱਪਰੋਂ ਸਟਾਰਟ ਹੋ ਜਾਂਦੀ ਹੈ। ਇਹਦੇ ਅੰਦਰ ਇਲੈਕਟ੍ਰੀਕਲੀ ਚਾਰਜ ਪਾਰਟੀਕਲਸ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਆਇਨਸ ਕਹਿੰਦੇ ਆ, ਇਸੇ ਲਈ ਇਹਦਾ ਜਿਹੜਾ ਨਾਮ ਹੈ that is ਆਇਨੋਸਫੀਅਰ। ਤੇ ਜਿਹੜਾ ਟੈਂਪਰੇਚਰ ਹੈ ਇਸ ਲੇਅਰ ਤੋਂ ਬਾਅਦ ਹੁਣ ਵਧਣਾ ਸ਼ੁਰੂ ਹੋ ਜਾਂਦਾ ਹੈ। ਪਹਿਲਾਂ ਆਪਾਂ ਗੱਲ ਕਰ ਰਹੇ ਸੀ ਮੀਜ਼ੋਸਫੀਅਰ ਤੱਕ ਕਿ ਟੈਂਪਰੇਚਰ ਘਟੀ ਜਾ ਰਿਹਾ ਹੈ ਤੇ ਇਸ ਲੇਅਰ ਤੋਂ ਬਾਅਦ ਜਿਹੜਾ ਟੈਂਪਰੇਚਰ ਹੈ ਉਹ ਇਨਕਰੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਜਿਵੇਂ ਹਾਈਟ ਵੱਧਦੀ ਹੈ। ਇਹੀ ਕਾਰਨ ਹੈ ਕਿ ਇਸ ਲੇਅਰ ਦਾ ਦੂਜਾ ਨਾਮ ਹੈ ਥਰਮੋਸਫੀਅਰ। ਸੋ ਤੁਸੀਂ ਯਾਦ ਰੱਖਣਾ ਆਇਨੋਸਫੀਅਰ ਨਾਮ ਕਿਉਂ ਪਿਆ, ਥਰਮੋਸਫੀਅਰ ਨਾਮ ਕਿਉਂ ਪਿਆ। ਨੈਕਸਟ ਹੁਣ ਲਾਸਟ ਆਪਾਂ ਲੇਅਰ ਦੀ ਗੱਲ ਕਰਾਂਗੇ ਜਿਹੜੀ ਥਰਮੋਸਫੀਅਰ ਤੋਂ ਉੱਪਰ ਹੈ, ਜਿਹੜੀ ਸਭ ਤੋਂ ਬਾਹਰ ਵਾਲੀ ਅਪਰ ਮੋਸਟ ਲੇਅਰ ਹੈ ਐਟਮੋਸਫੀਅਰ ਦੀ, ਐਗਜ਼ੋਸਫੀਅਰ। ਹਾਈਐਸਟ ਲੇਅਰ ਹੈ ਪਰ ਇਹਦੇ ਬਾਰੇ ਜਾਣਕਾਰੀ ਬਹੁਤ ਜ਼ਿਆਦਾ ਘੱਟ ਹੈ ਕਿਉਂਕਿ ਇਹਦੀ ਹਾਈਟ ਬਹੁਤ ਜ਼ਿਆਦਾ ਉੱਪਰ ਹੈ, ਬਿਲਕੁਲ ਸਪੇਸ ਤੱਕ ਚਲੀ ਜਾਂਦੀ ਹੈ, ਆਊਟਰ ਸਪੇਸ ਦੇ ਨਾਲ ਜਾ ਕੇ ਰਲ ਜਾਂਦੀ ਹੈ, ਮਰਜ ਹੋ ਜਾਂਦੀ ਹੈ। ਸੋ extremely rare field is air the gradually merge with the outer space. Although all layers of atmosphere must be exercising influence on us, geographers are concerned with the first two layer. So ज़्यादा ਜਿਹੜਾ geographers ਨੂੰ main ਕੰਸੈਂਟ੍ਰੇਸ਼ਨ ਹੈ ਉਹਨਾਂ ਦੀ ਉਹ ਹੈ ਪਹਿਲੀਆਂ ਦੋ ਲੇਅਰਸ ਦੇ ਉੱਤੇ, ਕਿਉਂਕਿ ਜੇ ਆਪਾਂ ਹਿਊਮਨ ਬੀਇੰਗਸ ਦੀ ਧਰਤੀ ਉੱਤੇ ਜੋ ਵੀ ਲਾਈਫ ਹੈ ਉਹਦੇ ਉੱਤੇ ਅਸਰ ਦੀ ਗੱਲ ਕਰੀਏ ਤਾਂ ਮੇਨ ਜਿਹੜਾ ਫੋਕਸ ਹੈ ਉਹ ਸਿਰਫ ਪਹਿਲੀਆਂ ਦੋ ਲੇਅਰਸ ਤੇ ਦੇਣ ਦੀ ਉੱਤੇ ਜ਼ਰੂਰਤ ਹੈ। ਸੋ that are first two layers which are important for human beings which are living on the earth and all other activities that are going on. So geographers ਦੇ ਅਨੁਸਾਰ ਮੇਨ ਕੰਸੈਂਟ੍ਰੇਸ਼ਨ ਆਪਾਂ ਨੇ ਕਿਹਦੇ ਉੱਤੇ ਦੇਣੀ ਹੈ? ਪਹਿਲੀਆਂ ਦੋ ਲੇਅਰਸ ਦੇ ਉੱਤੇ। ਸੋ ਹੁਣ ਆਪਾਂ ਲਾਸਟ ਦੇ ਵਿੱਚ ਇੰਪੋਰਟੈਂਟ MCQs ਦੇਖਾਂਗੇ। NCERTs ਦੀ ਜੇ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਜੋ ਵੀ ਚੈਪਟਰ ਤੋਂ ਬਾਅਦ MCQs ਦਿੱਤੇ ਹੁੰਦੇ ਨੇ ਐਗਜ਼ਾਮ ਦੇ ਵਿੱਚ, ਸਪੈਸ਼ਲੀ PPSC ਜਾਂ ਫਿਰ UPSC ਐਗਜ਼ਾਮ ਦੇ ਵਿੱਚ ਡਾਇਰੈਕਟਲੀ ਐਜ਼ ਇਟ ਇਜ਼ ਇਹੀ MCQ ਆ ਜਾਂਦੇ ਨੇ। ਸੋ ਆਪਾਂ ਜਿੰਨੇ ਵੀ ਕੁਐਸਚਨਸ ਹੋਣਗੇ ਉਹ ਵੀ ਆਪਾਂ ਨਾਲ ਦੀ ਨਾਲ ਡਿਸਕਸ ਕਰਾਂਗੇ ਸੋ ਦੈਟ ਜਦੋਂ ਤੁਸੀਂ ਇੱਕ ਲੈਕਚਰ ਦੇਖ ਲਓ ਤਾਂ ਤੁਹਾਡਾ ਪੂਰਾ ਦਾ ਪੂਰਾ ਟੌਪਿਕ ਤਿਆਰ ਹੋ ਜਾਵੇ, ਤੁਹਾਨੂੰ ਦੁਬਾਰਾ NCERT ਰੀਡ ਕਰਨ ਦੀ ਵੀ ਜ਼ਰੂਰਤ ਨਾ ਪਵੇ। ਸੋ ਹੁਣ ਆਪਾਂ ਪਹਿਲਾ ਕੁਐਸਚਨ ਦੇਖਦੇ ਹਾਂ। Which one of the following gas constitute major portion of atmosphere? ਐਟਮੋਸਫੀਅਰ ਦੇ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਕਿਹੜੀ ਗੈਸ ਪਾਈ ਜਾਂਦੀ ਹੈ? ਸੋ ਆਪਸ਼ਨਸ ਨੇ ਆਕਸੀਜਨ, ਨਾਈਟ੍ਰੋਜਨ, ਆਰਗਨ, ਕਾਰਬਨ ਡਾਈਆਕਸਾਈਡ। ਸੋ ਇਹਦਾ ਸਹੀ ਆਨਸਰ ਹੈ ਆਪਸ਼ਨ ਬੀ ਨਾਈਟ੍ਰੋਜਨ ਤੇ ਇਹ ਪਾਈ ਜਾਂਦੀ ਹੈ ਅਰਾਊਂਡ 78%। ਨੈਕਸਟ ਹੈ ਐਟਮੋਸਫੀਅਰਿਕ ਲੇਅਰ ਇੰਪੋਰਟੈਂਟ ਫॉर ਹਿਊਮਨ ਬੀਇੰਗ। ਇਨਸਾਨਾਂ ਦੇ ਲਈ ਸਭ ਤੋਂ ਜ਼ਰੂਰੀ ਲੇਅਰ ਕਿਹੜੀ ਹੈ? So that is troposphere, option C. Third question, sea salt, pollen, ash, smoke soot, fine soil किस चीज ਦੀਆਂ categories ਨੇ, ਕਿਸ ਚੀਜ਼ ਨਾਲ related ਨੇ? ਸੋ ਇਹ ਸਾਰੀਆਂ ਹੀ dust particles ਬਾਰੇ ਆਪਾਂ ਦੱਸਦੀਆਂ ਨੇ। ਸੋ ਰਾਈਟ ਆਨਸਰ ਹੈ option B। ਜਿਹੜੀ ਆਕਸੀਜਨ ਗੈਸ ਹੈ ਕਿੰਨੀ ਹਾਈਟ ਤੋਂ ਬਾਅਦ ਆਲਮੋਸਟ ਨੈਗਲੀਜੀਬਲ ਹੋ ਜਾਂਦੀ ਹੈ, ਨਾ ਦੇ ਬਰਾਬਰ ਪਾਈ ਜਾਂਦੀ ਹੈ। ਸੋ that is 120 ਕਿਲੋਮੀਟਰ। ਸੋ ਜੇ ਆਪਾਂ ਐਟਮੋਸਫੀਅਰ ਦੇ ਵਿੱਚ ਧਰਤੀ ਤੋਂ 120 ਕਿਲੋਮੀਟਰ ਦੀ ਉਚਾਈ ਤੇ ਜਾਂਦੇ ਹਾਂ ਤਾਂ ਉਸ ਤੋਂ ਬਾਅਦ ਜਿਹੜੀ ਆਕਸੀਜਨ ਗੈਸ ਹੈ ਇਹ ਨੈਗਲੀਜੀਬਲ ਕੁਆਂਟੀਟੀ ਦੇ ਵਿੱਚ ਹੋ ਜਾਂਦੀ ਹੈ। ਲਾਸਟ ਕੁਐਸਚਨ ਹੈ which one of the following gas is transparent to incoming solar radiation and opaque to outgoing terrestrial radiation? ਮਤਲਬ ਕਿ ਜਦੋਂ ਤੱਕ ਕਿਹੜੀ ਗੈਸ ਹੈ
ਜਿਹੜੀ ਜਦੋਂ ਸੂਰਜ ਦੀ ਰੋਸ਼ਨੀ ਆਉਂਦੀ ਹੈ, ਸੋਲਰ ਰੇਡੀਏਸ਼ਨ ਆਉਂਦੀ ਹੈ, ਉਹਨੂੰ ਆਉਣ ਤਾਂ ਦਿੰਦੀ ਹੈ ਪਰ ਉਹਨੂੰ ਜਾਣ ਨਹੀਂ ਦਿੰਦੀ ਵਾਪਸ। ਸੋ ਜਦੋਂ ਸੋਲਰ ਰੇਡੀਏਸ਼ਨ ਆ ਰਹੀ ਹੈ ਉਦੋਂ ਤਾਂ ਇਹ ਟਰਾਂਸਪੇਰੈਂਟ ਬਣ ਜਾਂਦੀ ਹੈ, ਆਪਣੇ ਵਿੱਚੋਂ ਨਿਕਲਣ ਦਿੰਦੀ ਹੈ, ਧਰਤੀ ਤੱਕ ਪਹੁੰਚਣ ਦਿੰਦੀ ਹੈ। ਜਦੋਂ ਧਰਤੀ ਤੋਂ ਵਾਪਿਸ ਉੱਪਰ ਜਾਣ ਲੱਗਦੀ ਹੈ ਉਦੋਂ ਇਹ ਇੱਕ ਸ਼ੀਲਡ ਬਣਾ ਲੈਂਦੀ ਹੈ, ਫਿਰ ਉਹਨੂੰ ਧਰਤੀ ਤੇ ਰੱਖਦੀ ਹੈ। ਸੋ ਉਦੋਂ ਉਹ ਓਪੇਕ ਬਣ ਜਾਂਦੀ ਹੈ। ਸੋ ਇਹ ਹੈ ਆਪਸ਼ਨ ਡੀ, ਕਾਰਬਨ ਡਾਈਆਕਸਾਈਡ, ਤੇ ਇਹੀ ਮੇਨ ਕਾਰਨ ਹੈ ਜਿਹਦੇ ਨਾਲ ਗਲੋਬਲ ਵਾਰਮਿੰਗ ਦੀ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ। ਸੋ ਜਿਹੜਾ ਗਲੋਬਲ ਵਾਰਮਿੰਗ ਦਾ ਕੰਸੈਪਟ ਹੈ ਉਹਦਾ ਰੀਜ਼ਨ ਮੇਨ ਇਹੀ ਹੈ ਕਿ ਕਾਰਬਨ ਡਾਈਆਕਸਾਈਡ ਹੈ ਜਿਹੜੀ ਇਹ ਸੋਲਰ ਰੇਡੀਏਸ਼ਨ ਨੂੰ ਆਉਣ ਤਾਂ ਦਿੰਦੀ ਹੈ ਪਰ ਜਾਣ ਨਹੀਂ ਦਿੰਦੀ। ਫਿਰ ਉਹਦੇ ਨਾਲ ਕੀ ਹੈ, ਜਦੋਂ ਜ਼ਿਆਦਾ ਇਹ ਇਕੱਠੀ ਹੁੰਦੀ ਰਹਿੰਦੀ ਹੈ ਧਰਤੀ ਤੇ ਤਾਂ ਧਰਤੀ ਦਾ ਜਿਹੜਾ ਟੈਂਪਰੇਚਰ ਹੈ ਉਹ ਇਨਕਰੀਜ਼ ਹੁੰਦਾ ਹੈ, ਫਿਰ ਅਲਟੀਮੇਟਲੀ ਉਹਦੇ ਨਾਲ ਕੀ ਹੁੰਦਾ ਹੈ, ਗਲੋਬਲ ਵਾਰਮਿੰਗ ਦੀ ਪ੍ਰੋਬਲਮ ਆਉਂਦੀ ਹੈ। So this was all about our today's first lecture from NCERT series. I hope you liked the video. Keep supporting Victor's Knowledge. Thank you and good luck.